ਹੈਲੋ एवरीवन। ਅੱਜ ਦਾ ਵੀਡੀਓ ਹੈਗਾ ਇੱਕ ਬੁੱਕ ਬਾਰੇ। ਸੋ ਇਹ ਬੁੱਕ ਹੈਗੀ ਆ ਫੰਡਾਮੈਂਟਲ ਆਫ ਇਨਕਮ ਟੈਕਸ। ਵੋਕੇਸ਼ਨਲ ਦੇ ਵਿੱਚ ਟੈਕਸੇਸ਼ਨ ਪ੍ਰੈਕਟਿਸ ਟ੍ਰੇਡ ਦੇ ਵਿੱਚ ਇੱਕ ਸਬਜੈਕਟ ਆ ਫੰਡਾਮੈਂਟਲ ਆਫ ਇਨਕਮ ਟੈਕਸ, ਉਹਦੇ ਰਿਗਾਰਡਿੰਗ ਇਹ ਵੀਡੀਓ ਆ। ਇਹ +1 ਕਲਾਸ ਦੇ ਸਿਲੇਬਸ ਦੇ ਅਕੋਰਡਿੰਗਲੀ ਬਣਾਈ ਹੋਈ ਬੁੱਕ ਆ। ਸੋ +1 ਕਲਾਸ ਦੀ ਬੁੱਕ ਹੈ, ਇਹਦੇ ਵਿੱਚ +1 ਕਲਾਸ ਦਾ ਸਿਲੇਬਸ ਇਨਕਲੂਡ ਕੀਤਾ ਗਿਆ ਵਾ। ਸੋ ਸਾਰੇ ਟੌਪਿਕ ਡਿਟੇਲ ਦੇ ਵਿੱਚ, ਉਹਦੇ ਨਾਲ ਨਾਲ ਇਹਦੇ ਵਿੱਚ ਹਰੇਕ ਚੈਪਟਰ ਦੇ MCQ ਦਿੱਤੇ ਆ। ਸੋ ਆਪਾਂ ਦੇਖਦੇ ਹਾਂ ਇਸ ਬੁੱਕ ਬਾਰੇ। ਹੁਣ ਕੋਈ ਇਹਦਾ ਟਾਈਟਲ ਪੇਜ ਆ, ਦੈਨ ਇਹ ਇਹਦਾ ਇੰਡੈਕਸ ਆ। ਸੋ ਦੇਖੋ ਇਹਦੇ ਟੋਟਲ ਬੁੱਕ ਨੂੰ 15 ਚੈਪਟਰ ਦੇ ਵਿੱਚ ਡਿਵਾਈਡ ਕੀਤਾ ਵਾ। ਸੋ ਜਿਹੜੇ ਟੌਪਿਕ ਇਨਕਲੂਡ ਕੀਤੇ ਆ ਉਹ ਸਿਲੇਬਸ ਦੇ ਅਕੋਰਡਿੰਗਲੀ ਇਨਕਲੂਡ ਕੀਤੇ ਅਤੇ ਉਹਨਾਂ ਦੀ ਜਿੰਨੀ ਡਿਟੇਲ ਬਣਦੀ ਆ ਉਨੀ ਡਿਟੇਲ ਦੇਣ ਦੀ ਕੋਸ਼ਿਸ਼ ਕੀਤੀ ਆ। ਦੇਖੋ ਫਸਟ ਚੈਪਟਰ ਹੈਗਾ ਫੰਡਾਮੈਂਟਲ ਕਨਸੈਪਟ ਦਾ। ਇਹਦੇ ਵਿੱਚ ਇਨਕਮ ਟੈਕਸ ਦੀਆਂ ਟਾਈਪਸ, ਫਿਰ ਉਸ ਤੋਂ ਬਾਅਦ ਬੋਨਸ ਇਨਕਮ, SSC, ਇੰਡੀਵਿਜੂਅਲ ਅਸੈਸਮੈਂਟ, ਫਾਈਨੈਂਸ਼ੀਅਲ ਈਅਰ, ਪ੍ਰੀਵੀਅਸ ਈਅਰ ਅਸੈਸਮੈਂਟ ਈਅਰ, ਦੈਨ ਪਰਸਨ ਦਾ ਮੀਨਿੰਗ, ਦੈਨ ਗ੍ਰੋਸ ਟੋਟਲ ਇਨਕਮ, ਫੀਸ, ਕਮਿਸ਼ਨ, ਐਡਵਾਂਸ ਟੈਕਸ, TDS, PAN, ਸੋ 60 ਨੰਬਰ ਫਾਰਮ A, B, ਸੈਲਫ ਅਸੈਸਮੈਂਟ 26A, PAN, ਮੀਨਿੰਗ ਆਫ ਟੈਕਸ ਰਿਟਰਨ ਐਂਡ ਪ੍ਰੋਸੀਜਰ ਫॉर PAN, ਇਹ ਸਾਰਾ ਇਨਕਲੂਡ ਕੀਤਾ ਗਿਆ ਵਾ ਜੋ ਇਨਕਮ ਟੈਕਸ ਦੇ ਲਈ ਜ਼ਰੂਰੀ ਆ, ਬਾਕੀ ਜੋ ਸਿਲੇਬਸ ਦੇ ਲਈ ਜ਼ਰੂਰੀ ਆ। ਉਸ ਤੋਂ ਬਾਅਦ ਇਹ 'ਚ MCQ ਇਨਕਲੂਡ ਕੀਤੇ ਗਏ ਆ। ਫਸਟ ਚੈਪਟਰ ਦੇ ਇਹਦੇ ਵਿੱਚ 29 MCQ ਇਨਕਲੂਡ ਕੀਤੇ ਗਏ ਆ। ਦੈਨ ਸੈਕਿੰਡ ਚੈਪਟਰ ਹੈਗਾ ਰੈਜ਼ੀਡੈਂਸ਼ੀਅਲ ਸਟੇਟਸ। ਇਹਦੇ ਵਿੱਚ ਰੈਜ਼ੀਡੈਂਸ਼ੀਅਲ ਸਟੇਟਸ ਦਾ ਮੀਨਿੰਗ, ਦੈਨ ਇੱਕ ਇੰਡੀਵਿਜੂਅਲ ਦਾ ਕਿਵੇਂ ਡਿਟਰਮਾਈਨ ਹੋਊਗਾ, ਦੈਨ HUF ਦਾ, ਦੈਨ ਕੰਪਨੀ ਦਾ ਕਿਵੇਂ ਅਸੀਂ ਡਿਟਰਮਾਈਨ ਕਰਾਂਗੇ, ਦੈਨ ਅਸੀਂ ਰੈਜ਼ੀਡੈਂਸ਼ੀਅਲ ਸਟੇਟਸ ਦਾ ਡਿਫਰੈਂਟ ਇਨਕਮਸ ਦੇ ਇਫੈਕਟ ਉਹ ਵੀ ਇਹਦੇ 'ਚ ਇਨਕਲੂਡ ਕੀਤਾ ਗਿਆ। ਉਸ ਤੋਂ ਬਾਅਦ ਇਹਦੇ MCQ ਇਨਕਲੂਡ ਕੀਤੇ ਗਏ ਆ। ਇਹਦੇ ਵਿੱਚ ਟੋਟਲ 35 MCQ ਇਨਕਲੂਡ ਕੀਤੇ ਆ। ਰੈਜ਼ੀਡੈਂਸ਼ੀਅਲ ਸਟੇਟਸ ਦੇ ਕੁਛ ਬਲੈਂਕਸ ਆ, ਟਰੂ ਫਾਲਸ ਆ। ਦੈਨ ਥਰਡ ਚੈਪਟਰ ਆ ਸੈਲਰੀ ਦੇ ਵਿੱਚ ਮੀਨਿੰਗ ਸੈਲਰੀ ਦਾ, ਸੈਲਰੀ 'ਚ ਕੀ ਇਨਕਲੂਡ ਹੁੰਦਾ, ਪ੍ਰੋਵੀਡੈਂਟ ਫੰਡ, ਟਾਈਪਸ ਆਫ ਪ੍ਰੋਵੀਡੈਂਟ ਫੰਡ, ਦੈਨ ਪ੍ਰੋਵੀਡੈਂਟ ਫੰਡ ਦੀ ਟੈਕਸੇਬਿਲਿਟੀ, ਦੈਨ ਅਲਾਊਂਸ ਬਾਰੇ ਡਿਸਕਸ ਕੀਤਾ, ਸਾਰੇ ਡਿਫਰੈਂਟ ਟਾਈਪਸ ਆਫ ਅਲਾਊਂਸ ਜੋ ਵੀ ਸਿਲੇਬਸ ਦੇ ਵਿੱਚ ਹੈਗੇ ਆ ਉਹਨਾਂ ਨੂੰ ਐਕਸਪਲੇਨ ਕੀਤਾ ਗਿਆ ਵਾ। ਮੈਡੀਕਲ ਅਨਾਊਂਸ, ਵਿਸ਼ੇਸ਼ ਭੱਤਾ। ਉਸ ਤੋਂ ਬਾਅਦ MCQs ਇਨਕਲੂਡ ਕੀਤੇ ਗਏ ਆ। ਸੋ ਇਸ ਚੈਪਟਰ ਦੇ ਟੋਟਲ 20 MCQs ਇਨਕਲੂਡ ਕੀਤੇ ਗਏ। ਦੈਨ ਇਨਕਮ ਫਰੋਮ ਹਾਊਸ ਪ੍ਰੋਪਰਟੀ ਦੇ ਵਿੱਚ ਮੀਨਿੰਗ ਆਫ ਹਾਊਸ ਪ੍ਰੋਪਰਟੀ, ਇਹ ਫੋਰਥ ਚੈਪਟਰ ਆ ਇਨਕਮ ਫਰੋਮ ਹਾਊਸ ਪ੍ਰੋਪਰਟੀ 'ਚ ਮੀਨਿੰਗ ਆਫ ਹਾਊਸ ਪ੍ਰੋਪਰਟੀ, ਦੈਨ conditions, then rules, how to calculate it, then exempted income of house property, then annual value, the different type of rental value, where how to determine expected rental value, ਇਹਦੇ numericals include ਕੀਤੇ ਗਏ ਆ। ਅਤੇ ARV ਵੀ ਕਿਵੇਂ ਕੈਲਕੂਲੇਟ ਕੀਤੀ ਜਾਂਦੀ ਉਹ ਵੀ ਇਹ 'ਚ ਇਨਕਲੂਡ ਕੀਤਾ ਗਿਆ। ਉਸ ਤੋਂ ਬਾਅਦ ਇਹਦੇ MCQs ਇਨਕਲੂਡ ਕੀਤੇ ਗਏ ਆ। ਇਸ ਚੈਪਟਰ ਦੇ ਕੋਲ ਟੋਟਲ 32 MCQ ਇਨਕਲੂਡ ਕੀਤੇ ਗਏ ਆ। ਦੈਨ ਫਿਫਥ ਚੈਪਟਰ ਆ ਇਨਕਮ ਫਰੋਮ ਬਿਜ਼ਨਸ, ਪ੍ਰੋਫੈਸ਼ਨ ਐਂਡ ਵੋਕੇਸ਼ਨ। ਇਹਦੇ ਵਿੱਚ ਇਹਨਾਂ ਦਾ ਮੀਨਿੰਗ, ਉਸ ਤੋਂ ਬਾਅਦ ਰੂਲਸ ਆ, ਉਸ ਤੋਂ ਬਾਅਦ ਐਗਜ਼ੈਂਪਟਡ ਇਨਕਮ ਆ, ਉਸ ਤੋਂ ਬਾਅਦ ਮੁੱਢਲੇ ਸਿਧਾਂਤ ਕੀ ਆ, ਦੈਨ MCQs ਇਨਕਲੂਡ ਕੀਤੇ ਗਏ ਆ। ਇਸ ਚੈਪਟਰ ਦੇ ਸਿਲੇਬਸ ਦੇ ਅਕੋਰਡਿੰਗਲੀ MCQs ਆ, ਸੋ ਜ਼ਿਆਦਾ ਨਹੀਂ ਹੈਗੇ। ਦੈਨ ਇਨਕਮ ਫਰੋਮ ਕੈਪੀਟਲ ਐਸੈਟ, ਯਾਨੀ ਕਿ ਕੈਪੀਟਲ ਗੇਨ, ਪੂੰਜੀ ਸੰਪੱਤੀ ਆਮਦਨ, ਪੂੰਜੀ ਲਾਭ, ਯਾਨੀ ਕਿ ਇਹਦੇ ਵਿੱਚ ਮੀਨਿੰਗ ਲਿਖਿਆ ਕੈਪੀਟਲ ਐਸੈਟ ਦਾ, ਟਾਈਪਸ ਆਫ ਕੈਪੀਟਲ ਐਸੈਟ ਲਿਖੀਆਂ ਵਾ, ਦੈਨ ਕਿਵੇਂ ਉਹਨਾਂ ਦਾ ਕਲਾਸੀਫਿਕੇਸ਼ਨ ਹੁੰਦਾ ਟਾਈਮ ਦੇ ਅਕੋਰਡਿੰਗਲੀ। ਦੋ ਤਰ੍ਹਾਂ ਦੇ ਕੈਪੀਟਲ ਐਸੈਟਸ, ਲੌਂਗ ਟਰਮ, ਸ਼ੋਰਟ ਟਰਮ, ਦੈਨ ਹਾਊ ਟੂ ਕੈਲਕੂਲੇਟ ਇਟ ਉਹ ਲਿਖੀ ਆ। ਉਸ ਤੋਂ ਬਾਅਦ ਉਹਦੇ ਰਿਗਾਰਡਿੰਗ ਨੂਮੈਰੀਕਲਸ ਆ, ਦੈਨ ਐਗਜ਼ੈਂਪਟਡ ਇਨਕਮ ਆ, ਅਤੇ ਕਿਹੜੀ ਇਨਕਮ ਐਗਜ਼ੈਂਪਟਡ ਆ ਪੂੰਜੀ ਲਾਭ ਦੇ ਵਿੱਚੋਂ। ਦੈਨ ਸ਼ੇਅਰਾਂ ਤੋਂ ਕੈਪੀਟਲ ਗੇਨ ਕਿਵੇਂ ਹੁੰਦਾ ਵਾ। ਦੈਨ ਇਹਦੇ MCQs ਇਨਕਲੂਡ ਕੀਤੇ ਗਏ ਆ। ਇਸ ਚੈਪਟਰ ਦੇ ਕੁੱਲ 31 MCQs ਇਨਕਲੂਡ ਕੀਤੇ ਗਏ ਆ। ਦੈਨ ਇਨਕਮ ਫਰੋਮ ਹਾਊਸ ਪ੍ਰੋਪਰਟੀ ਆ ਗਿਆ ਚੈਪਟਰ। ਇਸ ਚੈਪਟਰ ਦੇ ਵਿੱਚ ਇਨਕਮ ਫਰੋਮ ਅਦਰ ਸੋਰਸ 7th ਚੈਪਟਰ ਆ ਇਹ। ਦੈਨ ਮੀਨਿੰਗ ਆ ਗਿਆ, ਫਿਰ ਕੰਡੀਸ਼ਨਸ ਆ ਗਈਆਂ ਇਹਦੀਆਂ, ਫਿਰ ਕਿਹੜੀ ਇਨਕਮ ਆ ਜਿਹੜੀ ਉਹ ਇਨਕਲੂਡ ਕੀਤੀ ਜਾਂਦੀ ਆ। ਉਸ ਤੋਂ ਬਾਅਦ ਇਹਦੇ MCQs ਆ 11 MCQs ਇਸ ਚੈਪਟਰ ਦੇ ਇਨਕਲੂਡ ਆ। ਕੈਰੀ ਫਾਰਵਰਡ ਐਂਡ ਸੈਟਅਪ ਲੋਸਿਸ ਆ, ਇਹਦੇ ਵਿੱਚ ਮੀਨਿੰਗ ਲਿਖਿਆ ਇੰਟਰ ਹੈਡ ਅਤੇ ਐਡਜਸਟਮੈਂਟ ਆ, ਅਤੇ ਇੰਟਰਾ ਹੈਡ ਐਡਜਸਟਮੈਂਟ ਆ, ਅਤੇ ਕਿਹੜੀ ਲੋਸ ਦਾ ਕਿੱਦਾਂ ਐਡਜਸਟਮੈਂਟ ਹੁੰਦੀ ਹੈ ਡਿਟੇਲ ਦੇ ਵਿੱਚ ਡਿਸਕਸ ਕੀਤੀ ਆ। ਉਸ ਤੋਂ ਬਾਅਦ ਇਸ ਚੈਪਟਰ ਦੇ MCQs ਆ, ਜਿਹੜੇ ਇਸ ਚੈਪਟਰ ਦੇ MCQs ਆ ਉਹ ਟੋਟਲ
14 MCQs ਇਨਕਲੂਡ ਕੀਤੇ ਆ। ਦੈਨ ਡਿਡਕਸ਼ਨਸ ਅਤੇ ਰਿਬੇਟ ਜਿਹੜੀਆਂ ਸਿਲੇਬਸ 'ਚ ਡਿਡਕਸ਼ਨਸ ਆ ਉਹ ਸਾਰੀਆਂ ਇਨਕਲੂਡ ਕੀਤੀਆਂ ਗਈਆਂ ਵਾ। ਦੈਨ ਰਿਬੇਟ ਆ ਜਿਹੜੀ 87 ਦੀ ਹੋ ਗਈ, 86 ਦੀ ਹੋ ਗਈ, ਉਹਦੇ ਰਿਗਾਰਡਿੰਗ ਨੂਮੈਰੀਕਲਸ ਵੀ ਡਿਸਕਸ ਕੀਤੇ ਗਏ ਆ, ਨੂਮੈਰੀਕਲ ਵੀ ਸੋਲਵ ਕੀਤੇ ਗਏ ਆ। ਇਸ ਤੋਂ ਬਾਅਦ ਇਹਦੇ MCQs ਆ। ਇਸ ਚੈਪਟਰ ਦੇ ਵਿੱਚ ਕੁੱਲ 17 MCQs ਆ। ਐਗਜ਼ੈਂਪਟਡ ਇਨਕਮ ਜੋ ਕਿਉਂਕਿ ਇਹ ਮੈਨਸ਼ਨਡ ਆ ਕਿਹੜੀ ਐਗਜ਼ੈਂਪਟਡ ਇਨਕਮ ਕਰਨੀ ਹੈ ਸਿਲੇਬਸ 'ਚ, ਉਹ ਸਾਰੀਆਂ ਇਹ 'ਚ ਇਨਕਲੂਡ ਕੀਤੀਆਂ ਗਈਆਂ ਜੋ ਵੀ ਮੈਨਸ਼ਨਡ ਆ। ਅਤੇ ਇਸ ਤੋਂ ਬਾਅਦ ਇਹਦੇ MCQs ਆ। ਸੋ ਜਿੰਨੇ ਕੁ ਬਣਦੇ MCQs ਇਨਕਲੂਡ ਕੀਤੇ ਗਏ ਆ, ਥੋੜ੍ਹੇ ਬਣਦੇ ਇਹਦੇ ਕਿਉਂਕਿ ਇਨਕਮ ਵੀ ਆਪਣੇ ਜ਼ਿਆਦਾ ਨਹੀਂ ਸੀਗੀਆਂ। ਦੈਨ ਐਗਰੀਕਲਚਰ ਇਨਕਮ ਦਾ ਮੀਨਿੰਗ ਆ, ਕੰਡੀਸ਼ਨਸ ਆ, ਅਤੇ ਉਹ ਐਗਜ਼ਾਮਪਲਸ ਆ, ਅਤੇ ਕੁਛ ਐਕਸਪਲਾਨੇਸ਼ਨ ਆ। ਅਤੇ ਇਹਦੇ ਉਦੋਂ ਬਾਅਦ MCQs ਇਨਕਲੂਡ ਕੀਤੇ ਗਏ ਆ ਸੋ ਸਿਲੇਬਸ ਦੇ ਅਕੋਰਡਿੰਗਲੀ। ਦੈਨ ਕੰਪਨੀ ਆ, ਕੰਪਨੀ ਦੀ ਮੀਨਿੰਗ, ਡੈਫੀਨੇਸ਼ਨ ਅਤੇ ਟਾਈਪਸ ਇਹੀ ਸਿਲੇਬਸ 'ਚ ਸੀਗੇ। ਇਹਨਾਂ ਨੂੰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਇਨਕਲੂਡ ਕੀਤਾ ਗਿਆ ਵਾ। ਅਤੇ ਉਸ ਤੋਂ ਬਾਅਦ ਇਹਦੇ MCQs ਇਨਕਲੂਡ ਕੀਤੇ ਗਏ। 9 MCQs ਕੰਪਨੀ ਦੇ ਇਨਕਲੂਡ ਕੀਤੇ ਗਏ ਆ। ਦੈਨ ਹੈਗਾ ਕੋਆਪਰੇਟਿਵ ਸੁਸਾਇਟੀ, ਇਹਦਾ ਵੀ ਮੀਨਿੰਗ ਅਤੇ ਟਾਈਪਸ ਹੀ ਆ ਸਿਲੇਬਸ ਦੇ ਵਿੱਚ, ਸੋ ਉਹਨਾਂ ਦੇ ਨਾਲ ਇਹਦੇ MCQs ਇਨਕਲੂਡ ਕੀਤੇ ਗਏ ਆ। ਦੈਨ 14 ਚੈਪਟਰ ਆ ਕੰਪਿਊਟੇਸ਼ਨ ਆਫ ਟੈਕਸ ਲਾਇਬਿਲਿਟੀ ਆਫ ਇੰਡੀਵਿਜੂਅਲ, ਵਿਅਕਤੀ ਦੀ ਕਰ ਦੇਣਦਾਰੀ ਦੀ ਗਣਨਾ। ਇਹਦੇ ਵਿੱਚ ਪਹਿਲਾਂ ਅਸੀਂ ਟੈਕਸ ਰੇਟ ਐਕਸਪਲੇਨ ਕੀਤੇ ਜੋ ਇੱਕ ਪਰਸਨ 'ਤੇ ਐਪਲੀਕੇਬਲ ਹੁੰਦੇ ਆ। ਫਿਰ ਉਹਦੇ ਰਿਗਾਰਡਿੰਗ ਕੈਲਕੂਲੇਸ਼ਨਸ ਆ, ਟੋਟਲ ਇਨਕਮ ਦੀ ਰਿਗਾਰਡਿੰਗ ਨੂਮੈਰੀਕਲ ਆ। ਦੈਨ ਟੈਕਸ ਕੈਲਕੂਲੇਸ਼ਨ ਦੇ ਰਿਗਾਰਡਿੰਗ ਨੂਮੈਰੀਕਲਸ ਆ। ਉਸ ਤੋਂ ਬਾਅਦ ਇਹਦੇ ਕੁਐਸਚਨ ਇਨਕਲੂਡ ਕੀਤੇ ਗਏ ਆ ਅਤੇ MCQs ਇਨਕਲੂਡ ਕੀਤੇ ਗਏ ਆ। ਦੈਨ ਲਾਸਟ ਚੈਪਟਰ ਆ ਗੁਡਸ ਐਂਡ ਸਰਵਿਸ ਟੈਕਸ। 15 ਚੈਪਟਰ ਆ। ਇਹਦੇ ਵਿੱਚ ਜੋ ਵੀ ਸਿਲੇਬਸ ਦੇ ਵਿੱਚ ਮੈਨਸ਼ਨ ਟੋਪਿਕ ਆ ਜਿਵੇਂ GST ਦਾ ਮੀਨਿੰਗ, ਦੈਨ ਸਪੈਸੀਫਿਕ ਟਰਮਸ ਆ ਜਿਹੜੀਆਂ, ਉਸ ਤੋਂ ਬਾਅਦ ਐਡਵਾਂਟੇਜ ਆ GST ਦੀ, ਉਸ ਤੋਂ ਬਾਅਦ ਐਡਵਾਂਟੇਜ ਤੋਂ ਬਾਅਦ ਮੀਨਿੰਗ ਆਫ ਸਪਲਾਈ, ਸਕੋਪ ਆਫ ਸਪਲਾਈ ਆ, ਅਤੇ ਉਸ ਤੋਂ ਬਾਅਦ ਇਹਦੇ MCQs ਇਨਕਲੂਡ ਕੀਤੇ ਗਏ ਆ। ਇਸ ਤਰ੍ਹਾਂ ਇਹ ਚੈਪਟਰ, ਇਹ ਜਿਹੜੀ ਬੁੱਕ ਆ ਇਹ +1 ਦਾ ਪੂਰਾ ਚੈਪਟਰ ਕੰਪਲੀਟ ਕਰਦੀ ਆ। ਅਤੇ +2 ਦੇ ਲਈ ਪਹਿਲਾਂ ਹੀ ਬੁੱਕ ਹੈਗੀ ਆ, ਉਹਦੇ ਵਿੱਚ ਉਹਦਾ ਸਾਰਾ ਸਿਲੇਬਸ ਇਨਕਲੂਡ ਕੀਤਾ ਗਿਆ। ਸੋ ਇਸ ਤਰ੍ਹਾਂ ਇਹ ਬੁੱਕ ਆ ਜਿਹੜੀ ਤਿਆਰ ਆ ਬਣ ਕੇ ਇਨਕਮ ਟੈਕਸ ਦੇ ਮੂਲ ਸਿਧਾਂਤ। ਥੈਂਕ ਯੂ ਵੈਰੀ ਮਚ ਫॉर ਵਾਚਿੰਗ।